8th क्लास वेलकम। ਇਹਦੇ ਵਿੱਚ ਅਸੀਂ ਲੈਸਨ 11 ਮੈਂਸੂਰੇਸ਼ਨ ਖੇਤਰ ਮਿਤੀ ਕਰਨ ਜਾ ਰਹੇ ਹਾਂ। 11 ਪੁਆਇੰਟ ਇਹਦੇ ਵਿੱਚ 2 ਡਿਲੀਟ ਹੋ ਚੁੱਕੀ ਹੈ, ਇਸ ਕਰਕੇ ਆਪਣਾ ਰਿਡਿਊਸ ਸਿਲੇਬਸ ਆ ਚੁੱਕਾ ਹੈ। ਇਸ ਕਰਕੇ 11.2 ਨਹੀਂ ਕਰਵਾਈ ਜਾ ਰਹੀ, 11.1 11.3 ਕਰਵਾਈ ਜਾ ਰਹੀ ਹੈ। ਨੈਕਸਟ ਇਹਦੇ ਵਿੱਚ ਪਹਿਲਾਂ ਆਪਾਂ ਇੰਟਰੋਡਕਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਅਸੀਂ ਜਾਣ ਪਛਾਣ ਸਕੁਅਰ ਵਰਗ ਕੀ ਹੁੰਦਾ, ਜਿਸ ਦੀ ਚਾਰੋਂ ਭੁਜਾਵਾਂ ਬਰਾਬਰ ਹੁੰਦੀਆਂ ਨੇ। ਚਾਰਾਂ ਦੇ ਇੱਕੋ ਜਿਹਾ ਨਿਸ਼ਾਨ ਹੈ, ਦਾ ਮਤਲਬ ਚਾਰੇ ਭੁਜਾਵਾਂ ਦਾ ਮਾਪ ਆਪਸ 'ਚ ਬਰਾਬਰ ਹੈ। ਵਰਗ ਦਾ ਪਰਿਮਾਪ ਕੀ ਹੁੰਦਾ, ਪਰਿਮਾਪ ਕੀ ਹੁੰਦਾ ਇਸ ਚਾਰੇ ਭੁਜਾਵਾਂ ਦੀ ਲੰਬਾਈਆਂ ਦਾ ਜੋੜ। ਜਿਹਦੀ ਫਿਗਰ ਕੋਲ ਜਿੰਨੀ ਭੁਜਾਵਾਂ ਹੁੰਦੀ ਉਹਦੀ ਭੁਜਾਵਾਂ ਨੂੰ ਜੋੜ ਦਿੱਤਾ ਜਾਵੇ ਤਾਂ ਉਸ ਫਿਗਰ ਦਾ ਪਰਿਮਾਪ ਬਣ ਜਾਂਦਾ। ਵਰਗ ਕੋਲ 4 ਭੁਜਾਵਾਂ ਨੇ ਤੇ ਚਾਰੇ ਭੁਜਾਵਾਂ ਦਾ ਜੋੜ ਕਰ ਲਓ ਜਾਂ 4 ਗੁਣਾ ਭੁਜਾ ਲਿਖ ਲਓ। 4 ਇੰਟੂ ਸਾਈਡ ਇੱਕ ਸਾਈਡ ਦਾ ਮਾਪ ਦਿੱਤਾ ਹੋਵੇ ਉਹਨੂੰ 4 ਨਾਲ ਗੁਣਾ ਕਰ ਲਓ ਤੇ ਇਹਦਾ ਪਰਿਮਾਪ ਆ ਜਾਏਗਾ। ਉਸ ਤੋਂ ਬਾਅਦ ਖੇਤਰਫਲ ਕੀ ਹੁੰਦਾ, ਇਹਦਾ ਭੁਜਾ ਗੁਣਾ ਭੁਜਾ, ਸਾਈਡ ਗੁਣਾ ਸਾਈਡ। ਭੁਜਾ ਨੂੰ ਭੁਜਾ ਨਾਲ ਗੁਣਾ ਕਰ ਦੋਗੇ ਤਾਂ ਤੁਹਾਡੇ ਕੋਲ ਖੇਤਰਫਲ ਆ ਜਾਏਗਾ, ਭੁਜਾ ਗੁਣਾ ਭੁਜਾ। ਨੈਕਸਟ ਇਸ ਤਰ੍ਹਾਂ ਹੀ ਰੈਕਟੈਂਗਲ ਦੀ ਗੱਲ ਕਰੀਏ, ਆਇਤ ਦੀ ਆਮਨੇ ਸਾਹਮਣੇ ਵਾਲੀ ਭੁਜਾਵਾਂ ਬਰਾਬਰ ਹੁੰਦੀਆਂ ਨੇ। ਔਰੰਜ ਵਾਲਿਆਂ ਆਪਸ 'ਚ ਬਰਾਬਰ ਹੈ, ਰੈੱਡ ਵਾਲੀ ਆਪਸ 'ਚ ਬਰਾਬਰ। ਇਹਦਾ ਪਰਿਮਾਪ ਕੀ ਹੋਏਗਾ, ਜਿਹੜੀ ਰੈੱਡ ਵਾਲੀ ਹੈ ਇਹਨੂੰ ਕਿਹਾ ਜਾਂਦਾ ਲੰਬਾਈ ਅਤੇ ਜਿਹੜੀ ਆ ਔਰੰਜ ਵਾਲੀ ਇਹਨੂੰ ਕਿਹਾ ਜਾਂਦਾ ਹੈ ਚੌੜਾਈ। ਅਤੇ ਆਇਤ ਦਾ ਜਿਹੜਾ ਪਰਿਮਾਪ ਹੁੰਦਾ ਪੈਰੀਮੀਟਰ, ਇਹਦੀ ਚਾਰੇ ਭੁਜਾਵਾਂ ਦਾ ਜੋੜ ਹੀ ਹੋਏਗਾ। ਪਰ ਫਾਰਮੂਲਾ ਕੀ ਬਣ ਜਾਂਦਾ ਹੈ, ਜਦੋਂ ਆਪਾਂ ਆਇਤ ਕੋਲ 2 ਲੰਬਾਈਆਂ ਹੁੰਦੀਆਂ ਅਤੇ 2 ਹੀ ਚੌੜਾਈਆਂ ਹੁੰਦੀਆਂ ਤਾਂ ਇਹਨੂੰ ਸਿੰਪਲ ਫਾਰਮ ਦੇ ਵਿੱਚ ਇੱਦਾਂ ਲਿਖਿਆ ਜਾਂਦਾ, 2 ਗੁਣਾ ਲੰਬਾਈ ਜਮਾ ਚੌੜਾਈ। ਲੰਬਾਈ ਅਤੇ ਚੌੜਾਈ ਨੂੰ ਜੋੜ ਕੇ ਉਹਦਾ ਦੁੱਗਣਾ ਕਰ ਦਿਓ ਤਾਂ ਆਪਣੇ ਕੋਲ ਚਾਰੇ ਭੁਜਾਵਾਂ ਦਾ ਜੋੜ ਹੀ ਆ ਜਾਏਗਾ। ਲੰਬਾਈ ਜਮਾ ਚੌੜਾਈ ਜਮਾ ਲੰਬਾਈ ਜਮਾ ਚੌੜਾਈ। ਏਰੀਆ ਕੀ ਹੁੰਦਾ ਇਹਦਾ, ਖੇਤਰਫਲ ਲੰਬਾਈ ਗੁਣਾ ਚੌੜਾਈ। ਇਸੇ ਤਰ੍ਹਾਂ ਆਪਾਂ ਚੱਕਰ ਦੀ ਗੱਲ ਕਰਦੇ ਹਾਂ। ਚੱਕਰ ਕੋਲ ਇੱਕ ਅਰਧ ਵਿਆਸ ਹੁੰਦਾ, ਕੇਂਦਰ ਤੋਂ ਲੈ ਕੇ ਚੱਕਰ ਦੀ ਬਾਉਂਡਰੀ ਤੱਕ ਜਾਣ ਵਾਲੀ ਰੇਖਾ ਅਰਧ ਵਿਆਸ ਹੁੰਦੀ ਹੈ। ਚਾਹੇ ਇਹਨੂੰ ਇੱਦਾਂ ਡਰਾਅ ਕਰ ਲਓ ਚਾਹੇ ਇੱਦਾਂ ਡਰਾਅ ਕਰ ਲਓ। ਤਾਂ ਚੱਕਰ ਦਾ ਘੇਰਾ ਕੀ ਹੈ, ਜਿਹੜੀ ਮਜੰਟਾ ਲਾਈਨ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਚੱਕਰ ਦਾ ਘੇਰਾ ਹੈ। ਇਹਦੀ ਲੰਬਾਈ ਕਿੰਨੀ ਹੋਊਗੀ, 2 ਪਾਈ ਆਰ ਨਾਲ ਨਿਕਲ ਜਾਏਗੀ, ਕਿਉਂਕਿ ਇਹ ਸਰਕਲ ਦੇ ਵਿੱਚ ਲੰਬਾਈ ਇਹਨੂੰ ਫੁੱਟੇ ਨਾਲ ਮਾਪਿਆ ਨਹੀਂ ਜਾ ਸਕਦਾ। ਇਸ ਕਰਕੇ ਇਹਦੀ ਲੰਬਾਈ ਕਿਵੇਂ ਪਤਾ ਕੀਤੀ ਜਾ ਸਕਦੀ ਹੈ, 2 ਪਾਈ ਆਰ ਨਾਲ। ਅਤੇ ਚੱਕਰ ਦਾ ਜਿਹੜਾ ਖੇਤਰਫਲ ਹੈ, ਜਿਹੜਾ ਹਰਾ ਮੈਂ ਸ਼ੇਡ ਕੀਤਾ ਇਹ ਚੱਕਰ ਦਾ ਖੇਤਰਫਲ ਹੁੰਦਾ, ਇਹਨੇ ਕਿੰਨੀ ਜਗ੍ਹਾ ਘੇਰੀ ਹੈ ਅਤੇ ਇਹਦਾ ਖੇਤਰਫਲ ਕੀ ਹੋਏਗਾ, ਪਾਈ ਗੁਣਾ ਆਰ ਜਾਂ ਪਾਈ ਆਰ ਸਕੁਅਰ ਲਿਖ ਲਓ ਤੁਸੀਂ। ਇਹ ਫਾਰਮੂਲਾ ਆਮ ਤੌਰ 'ਤੇ ਵਰਤਿਆ ਜਾਂਦਾ ਹੈ, ਪਾਈ ਆਰ ਸਕੁਅਰ ਦਾ ਮਤਲਬ ਆਰ ਗੁਣਾ ਆਰ। ਇਜ਼ ਇਟ ਓਕੇ। ਨੈਕਸਟ 11.1 ਇਹਦੇ ਵਿੱਚ ਦੱਸਿਆ ਗਿਆ ਕਿ ਇਹ ਸਕੁਅਰ ਐਂਡ ਰੈਕਟੈਂਗੂਲਰ ਫੀਲਡ, ਆ ਸਕੁਅਰ ਹੈ ਰੈਕਟੈਂਗਲ ਹੈ, ਇਹਨਾਂ ਦਾ ਸੇਮ ਪੈਰੀਮੀਟਰ ਹੈ। ਪੈਰੀਮੀਟਰ ਕੀ, ਇਹਦੀ ਚਾਰੇ ਭੁਜਾਵਾਂ ਦਾ ਜੋੜ ਅਤੇ ਇਹਦੀ ਚਾਰੇ ਭੁਜਾਵਾਂ ਦਾ ਜੋੜ ਜਿਹੜਾ ਹੈ ਉਹ ਬਰਾਬਰ ਹੈ। ਤਾਂ ਕਹਿੰਦਾ ਕਿ ਇਹਦਾ ਖੇਤਰਫਲ ਜਿਹੜਾ ਹੈ ਕਿ ਇਹਦਾ ਏਰੀਆ ਉਹ ਜ਼ਿਆਦਾ ਹੋਵੇਗਾ। ਤਾਂ ਸਭ ਤੋਂ ਪਹਿਲਾਂ ਅਸੀਂ ਇਹਦਾ ਪੈਰੀਮੀਟਰ ਆਫ ਸਕੁਅਰ ਕੀ ਦਿੱਤਾ ਹੈ, ਪੈਰੀਮੀਟਰ ਆਫ ਸਕੁਅਰ ਇਹਦੇ ਬਰਾਬਰ ਹੈ ਪੈਰੀਮੀਟਰ ਆਫ ਰੈਕਟੈਂਗਲ। ਪੈਰੀਮੀਟਰ ਆਫ ਰੈਕਟੈਂਗਲ ਦੇ ਬਰਾਬਰ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਵਰਗ ਦਾ ਪਰਿਮਾਪ। ਸਵਾਲ ਨੂੰ ਆਪਾਂ ਸਮਝਣਾ ਹੈ, ਨਹੀਂ ਤਾਂ ਕੋਈ ਫਾਇਦਾ ਨਹੀਂ ਮੈਥਸ ਪੜ੍ਹਨ ਦਾ ਇਸ ਤਰ੍ਹਾਂ ਦਾ। ਤਾਂ ਵਰਗ ਦਾ ਪਰਿਮਾਪ ਜਿਹੜਾ ਹੈ ਕਿਹਦੇ ਬਰਾਬਰ ਦਿੱਤਾ ਹੈ ਸਾਨੂੰ, ਆਇਤ ਦੇ ਪਰਿਮਾਪ ਦੇ ਬਰਾਬਰ। ਆਇਤ ਦਾ ਪਰਿਮਾਪ, ਆਇਤ ਦਾ ਪਰਿਮਾਪ। ਤੁਸੀਂ ਹੁਣੇ ਮੈਂ ਤੁਹਾਨੂੰ ਫਾਰਮੂਲਾ ਪੜ੍ਹਾਇਆ ਕਿ ਵਰਗ ਦਾ ਪਰਿਮਾਪ ਕੀ ਹੁੰਦਾ, ਜਿਸ ਦੀ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਹਨ। ਆ ਵਰਗ ਉਹ ਫਿਗਰ ਹੁੰਦੀ ਹੈ ਅਤੇ ਇਹਦਾ ਪਰਿਮਾਪ ਦਾ ਫਾਰਮੂਲਾ ਕੀ ਹੁੰਦਾ, ਚਾਰੇ ਭੁਜਾਵਾਂ ਦੀ ਲੰਬਾਈਆਂ ਦਾ ਜੋੜ। ਤਾਂ 4 ਗੁਣਾ ਭੁਜਾ, ਜਿਹਦੀ ਭੁਜਾ ਨੂੰ ਮੈਂ ਇੱਕ ਨੂੰ ਸਾਈਡ ਐਸ ਕਹਿ ਦੇਵਾਂ ਅਤੇ ਇਹਦਾ ਫਾਰਮੂਲਾ ਕੀ ਹੋ ਜਾਏਗਾ, 4 ਗੁਣਾ ਭੁਜਾ ਸਾਈਡ। ਅਤੇ ਆਇਤ ਦੇ ਪਰਿਮਾਪ ਦਾ ਫਾਰਮੂਲਾ ਤੁਹਾਨੂੰ ਦੱਸਿਆ ਸੀ, ਰੈੱਡ ਵਾਲੀ ਨੂੰ ਲੰਬਾਈ ਕਹਿੰਦੇ ਆ, ਐਲ ਲਿਖਦੇ ਆ, ਅਤੇ ਚੌੜਾਈ ਬੀ ਬ੍ਰੈਡਥ ਹੁੰਦੀ ਹੈ, BREADTH। ਐਲ ਫॉर ਲੈਂਥ, ਲੰਬਾਈ ਲੈਂਥ ਅਤੇ ਚੌੜਾਈ ਬ੍ਰੈਡਥ। ਤਾਂ ਇਹਦਾ ਪਰਿਮਾਪ ਦਾ ਫਾਰਮੂਲਾ ਹੁੰਦਾ 2 ਬ੍ਰੈਕਟ ਦੇ ਵਿੱਚ ਅਸੀਂ ਜੋੜਨਾ ਹੁੰਦਾ L ਜਮਾ B।
ਤਾਂ ਅਸੀਂ ਇਹ ਦੱਸਣਾ ਹੈ ਕਿ ਕਿਸ ਦਾ ਖੇਤਰਫਲ ਜਿਹੜਾ ਹੈ ਜ਼ਿਆਦਾ ਹੋਵੇਗਾ। ਇਹਦੇ ਲਈ ਸਾਨੂੰ ਕੀ ਕਰਨਾ ਪਏਗਾ ਬੇਟੇ, ਇਹਦੀ ਲੰਬਾਈ ਤੇ ਬੇਟਾ ਬੁੱਕ 'ਚ ਨਾਲੇ ਤੁਹਾਨੂੰ ਦਿੱਤਾ ਹੋਇਆ ਕਿ ਭੁਜਾ ਦੀ ਲੰਬਾਈ ਕਿੰਨੀ ਦਿੱਤੀ ਹੋਈ ਹੈ 80। ਇਹਦੀ ਸਾਰੀ ਭੁਜਾਵਾਂ ਜਿਹੜੀ ਇਹਦੀ ਵਰਗ ਦੀ 60 ਦਿੱਤੀ ਹੈ ਅਤੇ ਇਹਦੀ ਲੰਬਾਈ ਜਿਹੜੀ ਹੈ ਉਹ 80 ਦਿੱਤੀ ਹੋਈ ਹੈ ਸੈਂਟੀਮੀਟਰ। ਤਾਂ 4 ਗੁਣਾ ਭੁਜਾ 4 ਗੁਣਾ ਕਿੰਨਾ ਆਏਗਾ 60 ਇਜ਼ ਇਕੁਅਲ ਟੂ 2 ਗੁਣਾ ਲੰਬਾਈ ਕਿੰਨੀ ਹੈ ਆਪਣੇ ਕੋਲ 80 ਦਿੱਤੀ ਹੋਈ ਹੈ ਜਮਾ ਚੌੜਾਈ। ਹੁਣ ਸਭ ਤੋਂ ਪਹਿਲਾਂ ਅਸੀਂ ਬ੍ਰੈਕਟ ਨੂੰ ਖੋਲ੍ਹੇ ਬਿਨਾਂ ਹੀ ਇਹ 2 ਹੈ ਜਿਹੜਾ ਇਹਦੇ ਨਾਲ ਕੱਟ ਦਾਂਗੇ। 2 ਏਕਮ 2 2 ਦੂਣੀ 4 ਅਤੇ ਇੱਥੇ ਕਿੰਨਾ ਆ ਜਾਏਗਾ 120 ਇਜ਼ ਇਕੁਅਲ ਟੂ 80 ਪਲੱਸ b। ਅਸੀਂ b ਦੀ ਵੈਲਿਊ ਕੱਢ ਲਈ ਹੈ 120 ਮਾਈਨਸ 80। ਆਹਾ ਇਹਦੇ ਅੱਗੇ ਕੋਈ ਨਿਸ਼ਾਨ ਨਹੀਂ, ਇਹਦਾ ਮਤਲਬ ਪਲੱਸ ਦਾ ਹੈ। ਪਲੱਸ ਦਾ ਇੱਧਰ ਆ ਕੇ ਕੀ ਹੋ ਜਾਏਗਾ ਮਾਈਨਸ, ਅਤੇ ਇੱਧਰ ਕੀ ਬਚੇਗਾ ਪਲੱਸ b ਅਤੇ ਕਿੰਨਾ ਆ ਜਾਏਗਾ 40। ਤਾਂ b ਦੀ ਵੈਲਿਊ ਕਿੰਨੀ ਆ ਗਈ ਹੈ 40। ਹੁਣ ਅਸੀਂ ਦੇਖਣਾ ਕਿਹਦਾ ਇਹ ਖੇਤਰਫਲ ਜ਼ਿਆਦਾ ਹੈ। ਵਰਗ ਦਾ ਖੇਤਰਫਲ ਏਰੀਆ ਆਫ ਸਕੇਅਰ ਕੱਢੀਏ ਪਹਿਲਾਂ। ਵਰਗ ਦਾ ਖੇਤਰਫਲ ਇਹ ਵੈਰੀ ਇੰਪੋਰਟੈਂਟ ਹੈ। ਕਿਵੇਂ ਨਿਕਲਦਾ ਭੁਜਾ ਗੁਣਾ ਭੁਜਾ, ਸਾਈਡ ਗੁਣਾ ਸਾਈਡ ਨਾਲ, ਅਤੇ ਭੁਜਾ ਗੁਣਾ ਭੁਜਾ ਕਿੰਨਾ ਹੈ ਕਿਉਂਕਿ ਵਰਗ ਦੀ ਸਾਈਡ ਜਿਹੜੀ ਹੈ ਉਹ ਦਿੱਤੀ ਹੋਈ ਹੈ 60। ਆਹ 60 ਹੈ ਬੇਟੇ 60 × 60 3600 ਸੈਂਟੀਮੀਟਰ ਸਕੁਏਅਰ। ਅਤੇ ਏਰੀਆ ਆਫ ਰੈਕਟੈਂਗਲ ਆਇਤ ਦਾ ਖੇਤਰਫਲ। ਆਇਤ ਦਾ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਹੈ ਲੰਬਾਈ ਗੁਣਾ ਚੌੜਾਈ। ਆਪਣੇ ਕੋਲ ਲੰਬਾਈ ਜਿਹੜੀ ਹੈ ਉਹ 80 ਹੈ ਅਤੇ ਚੌੜਾਈ ਜਿਹੜੀ ਆਪਣੇ ਕੋਲ ਹੁਣੇ ਆਈ ਹੈ 40 3200 ਸੈਂਟੀਮੀਟਰ ਸਕੁਏਅਰ। ਤੋਂ ਦੱਸੋ ਕਿਹਦਾ ਏਰੀਆ ਜ਼ਿਆਦਾ ਹੈ 8 ਚੌਕਾ 32 ਅਤੇ ਕਿਹਦਾ ਏਰੀਆ ਜ਼ਿਆਦਾ ਹੋਇਆ ਆਪਣੇ ਕੋਲ ਵਰਗ ਦਾ ਖੇਤਰਫਲ ਜ਼ਿਆਦਾ ਹੈ। Area of square is more. Mr. Kaushik has square plot. देखो ये देखो वर्गाकार प्लॉट है ਜਿਹਦਾ ਨਾਮ ਰੱਖ ਲੈਂਦੇ ਅਸੀਂ A B C D। ਪਲਾਟ ਦੇ ਵਿੱਚ ਉਹ ਘਰ ਬਣਾਉਣਾ ਚਾਹੁੰਦੀ ਹੈ। ਪਲਾਟ ਦੇ ਵਿੱਚ ਜਦੋਂ ਅਸੀਂ ਇੱਦਾਂ ਉਹਨੇ ਇੰਨਾ ਕੁ ਆਪਣਾ ਹਾਊਸ ਬਣਾ ਲਿਆ, ਇਹ ਉਹਦਾ ਘਰ ਹੈ E F G H, ਇਹ ਉਹਦਾ ਘਰ ਹੈ ਹਾਊਸ। ਅਤੇ ਇਸ ਪਾਰਕ ਦੇ ਇੱਕ ਪਾਰਕ ਘਰ ਦੇ ਚਾਰੇ ਪਾਸੇ ਹੈ ਅਤੇ ਉਹਨੇ ਜਿਹੜੀ ਖਾਲੀ ਜਗ੍ਹਾ ਹੈ ਇੱਥੇ ਕੀ ਹੈ ਸਾਰਾ ਪਾਰਕ ਹੈ। ਆਹ ਸਾਰਾ ਕੀ ਹੈ ਪਾਰਕ। ਅਤੇ ਪਾਰਕ ਬਣਾਉਣ ਦਾ ਖਰਚ 55 ਰੁਪਏ ਪ੍ਰਤੀ ਮੀਟਰ ਸਕੁਏਅਰ ਦੀ ਦਰ ਨਾਲ ਪਤਾ ਕਰੋ। ਅਤੇ ਉਹਨੇ ਸਾਨੂੰ ਦਿੱਤਾ ਹੋਇਆ ਕਿ ਪਾਰਕ ਉਹਨੇ ਸਾਨੂੰ ਦਿੱਤਾ ਹੋਇਆ ਜਿਹੜਾ ਸਕੁਏਅਰ ਪਲਾਟ ਹੈ ਇਹਦੀ ਲੰਬਾਈ ਜਿਹੜੀ ਹੈ ਭੁਜਾ 25 ਮੀਟਰ ਹੈ। ਜੇ ਇੱਕ 25 ਹੈ ਅਤੇ ਇਹ ਵੀ 25 ਹੈ। ਇਜ਼ ਇਟ ਓਕੇ। ਅਤੇ ਜਿਹੜਾ ਘਰ ਹੈ ਉਹਦੀ ਲੰਬਾਈ ਅਤੇ ਚੌੜਾਈ ਉਹ ਹੈ ਆਇਤਾਕਾਰ ਪਲਾਟ ਦੀ ਜਿਹੜੀ ਲੰਬਾਈ ਹੈ ਉਹ ਹੈ ਇੱਥੇ 20 ਮੀਟਰ ਅਤੇ ਇੱਧਰੋਂ ਹੈ 15 ਮੀਟਰ। ਹਾਊਸ ਦੀ ਲੰਬਾਈ ਹੈ 20 ਮੀਟਰ, ਹਾਊਸ ਦੀ ਚੌੜਾਈ ਹੈ 15 ਮੀਟਰ। ਅਤੇ ਕਹਿੰਦਾ ਅਸੀਂ ਪਾਰਕ ਦਾ ਏਰੀਆ ਪਤਾ ਕਰਨਾ ਅਤੇ ਪਤਾ ਕਰਨਾ ਕਿ 1 ਮੀਟਰ ਸਕੁਏਅਰ ਨੂੰ ਪਾਰਕ ਬਣਾਉਣ ਦਾ ਖਰਚ 55 ਰੁਪਏ ਹੈ। ਉਹ ਬਾਅਦ 'ਚੋਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਏਰੀਆ ਆਫ ਪਾਰਕ ਕੱਢਣਾ ਹੈ। ਏਰੀਆ ਆਫ ਪਾਰਕ ਕਿਵੇਂ ਕੱਢਣਾ ਹੈ ਕਿਉਂਕਿ ਪਾਰਕ ਦੇ ਉੱਤੇ ਖਰਚਾ ਹੋਣਾ ਹੈ। ਅਤੇ ਏਰੀਆ ਆਫ ਪਾਰਕ ਦਾ ਖੇਤਰਫਲ
इज इक्वल टू एरिया ऑफ स्क्वायर माइनस कर देना ਉਹਦੇ ਵਿੱਚੋਂ ਅਸੀਂ ਘਟਾ ਦੇਣਾ ਹੈ ਏਰੀਆ ਆਫ ਹਾਊਸ, ਕਿਉਂਕਿ ਸਕੁਏਅਰ ਦੇ ਵਿੱਚ ਹੀ ਪਾਰਕ ਹੈ ਤੇ ਘਰ ਹੈ, ਤੇ ਜੇ ਅਸੀਂ ਪੂਰਾ ਖੇਤਰਫਲ ਪਤਾ ਕਰ ਲਾਂਗੇ ਉਹਦੇ ਵਿੱਚੋਂ ਜਾਮਨੀ ਰੰਗ ਵਾਲਾ ਘਰ ਦਾ ਖੇਤਰਫਲ ਮਾਈਨਸ ਕਰ ਦੇਣਾ। ਮਤਲਬ ਵਰਗ ਦਾ ਖੇਤਰਫਲ, ਪਾਰਕ ਦਾ ਖੇਤਰਫਲ ਕਿਵੇਂ ਨਿਕਲੇਗਾ? ਵਰਗ ਦਾ ਖੇਤਰਫਲ ਮਾਈਨਸ ਘਰ ਦਾ ਖੇਤਰਫਲ। वर्ग का खेत्रफल की भुजा गुना भुजा तो 25 गुना 25, तो क्योंकि घर एक आयत है जिसकी लंबाई गुना चौड़ाई ना खेत्रफल निकलेगा। इसकी लंबाई है 20 तो यदी है 15, चौड़ाई है 15, 20 गुना 15 तो 25 गुना 25 होंगे 625, 625 जो असी घटा देने हैं 300, तो एरिया ऑफ पार्क कितना आ गया अपने को 325 मीटर स्क्वेयर। खेत्रफल हमेशा मीटर स्क्वेयर च होएगा, सेंटीमीटर स्क्वेयर च होएगा एरिया ऑफ पार्क। तो अपने को एरिया ऑफ पार्क आ गया, पार्क का खेत्रफल 325 मीटर स्क्वेयर। 1 मीटर स्क्वेयर नू पार्क बनाने का खर्चा है, 1 मीटर स्क्वेयर पार्क बनाने का खर्च है 325 रुपये, सॉरी 55 रुपये। तो पार्क का खेत्रफल कितना है 325, तो 325 मीटर स्क्वेयर पार्क बनाने का खर्च कितना आएगा? पचवंजा नू गुना कर देनी है 325 दे नाल, तुसीं इहनूं गुना करोगे 17,875 रुपये। Cost of making 1 meter square park is 55 and cost of making 325 meter square park is 55 into 325. Is it okay? Next है बेटे, एक कीड़ी अलग अलग तरह के कार के खाने खाती है। देखो ये रेड कलर च इस तरह का खाना है, पिंक कलर के इस तरह का खाना है, ग्रीन कलर के इस तरह का खाना खाती है। तो कीड़ी नूं ये खाना खाने लई कितना तुरना पवेगा? हुण जदों ਇਹਦੇ ਵਿੱਚ 3 ਫਿਗਰਸ ਨੇ, ਤਿੰਨਾਂ ਦਾ ਅਲੱਗ-ਅਲੱਗ ਜਿਹੜਾ ਪਰਿਮਾਪ ਕੱਢਣਾ ਪਏਗਾ, ਆਪਾਂ ਨੂੰ ਪੈਰੀਮੀਟਰ ਕੱਢਣਾ ਪਏਗਾ, ਕਿਉਂਕਿ ਕੀੜੀ ਨੇ ਜਿਹੜੀ ਹੈ ਆਹ ਚੀਜ਼ ਖਾਣੀ ਹੈ ਜਿਹੜੀ ਰੈੱਡ ਕਲਰ 'ਚ ਆ ਰਹੀ ਹੈ। ਇਸ ਤਰ੍ਹਾਂ ਹੀ ਮਜੈਂਟਾ ਕਲਰ 'ਚ, ਇੱਦਾਂ ਹੀ ਗ੍ਰੀਨ ਕਲਰ ਦੇ ਵਿੱਚ। ਤਾਂ 3 ਫਿਗਰਸ ਨੇ। ਜਿਹੜੇ ਪਹਿਲੀ ਫਿਗਰ ਆ ਉਹਦਾ ਪਰਿਮਾਪ ਕੀ ਹੋਏਗਾ? ਇੱਕ ਤਾਂ ਤੁਹਾਨੂੰ ਹਾਫ ਸਰਕਲ ਨਜ਼ਰ ਆ ਰਿਹਾ ਆਹ ਵਾਲਾ, ਤੇ ਚਿੱਤਰ ਇੱਕ ਦਾ ਪਰਿਮਾਪ ਕਿਵੇਂ ਨਿਕਲੇਗਾ ਤੁਸੀਂ ਦੇਖੋਗੇ। ਪੈਰੀਮੀਟਰ ऑफ फर्स्ट फिगर किमें निकलेगा? एक तो अद्धा चक्कर है, पूरे चक्कर का परिमाप होंगे 2 पाई आर, तो अद्धे चक्कर का होगा 1 गुना पाई गुना आर, प्लस कीड़ी नूं आ भी खाना है, आ भी लंबाई तय करनी है। अद्धे चक्कर के परिमाप ना सिर्फ इन्ना हिस्से की लंबाई निकलेगी, प्लस निकलांगे लिखांगे 2.8 पाई जी वैल्यू 22/7 गुना अर्ध व्यास की है। ये पूरा जिहड़ा है व्यास है चक्कर का, इनू कहते डी डायामीटर, तो रेडियस अर्धा आर की हुंदा इहदा अद्धा, डी का अद्धा कितना हो जाएगा 1.4, 28 2.8 का हाफ जिहड़ा है आर होएगा, इत्थे लिख लो, प्लस 2.8 अर्ध व्यास, ये व्यास डी डायामीटर, आर रेडियस। डायामीटर जिहड़ा है पूरा अर्ध व्यास का दुगना हुंदा है व्यास, तो इहदा पॉइंट हटा के 0 आ गया। 7 दूनी 14, ऊपर की रह गया 22 गुना 2 44, 44/10 प्लस 2.8, तो एक अक्षर मूरे पॉइंट आ जाएगा 4.4 प्लस 2.8, पॉइंट तो बाद वाली रकम आपस से जुड़ जाएगी 8 4 12 7.2 सेंटीमीटर। तो यह मतलब कीड़ी नूं 7.2 सेंटीमीटर पूरा तुरना पेगा। इसी तरह ही जो असी पिंक फिगर की गल करिए, इस दे विच कीड़ी नूं इन्ना हिस्सा तुरना पै रहा,
ਤੇ ਇਹ ਪੂਰੀ ਲੰਬਾਈ ਜਿਹੜੀ ਹੈ ਇਹਨੂੰ ਨਹੀਂ ਤੁਰਨਾ, ਸਿਰਫ ਇਹ ਕਿੰਨਾ ਚੱਕਰ ਦਾ ਇਹਦੇ ਵਿੱਚ ਅਰਧ ਚੱਕਰ ਜੇ ਇਹਨੂੰ ਮੰਨੀਏ ਤੇ ਅੱਧਾ ਅਰਧ ਵਿਆਸ ਕਿੰਨਾ ਹੋਏਗਾ ਇਹਦਾ ਵੀ ਆਰ 2.8 ਦਾ ਅੱਧਾ 28 ਦਾ ਅੱਧਾ ਹੁੰਦਾ 14 ਕਿਉਂਕਿ 2.8 ਹੈ ਤਾਂ 1.4 ਤਾਂ ਇਹਦੇ ਵਿੱਚ ਇਹਦਾ ਪਰਿਮਾਪ ਕੀ ਹੋਏਗਾ ਸੈਕਿੰਡ ਫਿਗਰ ਦਾ ਪੈਰੀਮੀਟਰ ਆਫ ਸੈਕਿੰਡ ਫਿਗਰ ਚਿੱਤਰ 2 ਦਾ ਪਰਿਮਾਪ दो पाई आर दा ये हाफ है 1 पाई आर जमा ये 1.5 आ वाली लंबाई का 1.5 इत्थे भी तुरना है कीड़ी ने इत्थे भी तुरना है ये लंबाई कितनी है ये जिन्नी 2.8 तो प्लस 2.8 तुरेगी प्लस फिर इधर 1.5 तो पाई की वैल्यू होंगी बेटा 22/7 गुना आर की वैल्यू आप हुणे कड्ढी अद्धा डायमीटर का अद्धा 1.4 प्लस 1.5 प्लस 2.8 तो यदा पॉइंट हटा के की आ जाएगा 0 7 एकम 7 7 दूनी 14 44/10 आ गया प्लस इन्हों दोनों जोड़ लो 8 5 13 2 1 3 1 4 तो 4.4 प्लस 4.3 8.7 सेंटीमीटर। इसी तरह ही फिगर 3 पैरीमीटर ऑफ फिगर 3 FIG का मतलब फिगर चित्र 3 का परिमाप हाँ जी इत्थे कीड़ी ने किद्दां तुरना है तुसीं देखोगे एक तो अद्धा चक्कर है पाई 1 पाई आर क्योंकि अद्धा है 2 पाई आर पूरे चक्कर का परिमाप होंदा क्योंकि अद्धा चक्कर है ये तो यदा परिमाप की होएगा 1 पाई गुना आर जमा 2 इधरों तो 2 सेंटीमीटर आ दी हुई है जमा 2 पाई की वैल्यू कितनी है बेटे 22/7 आर कितना है होया यदा ये पूरा डायमीटर होया फिर आर कितना होया 1.4 यदा डी का अद्धा ये डायमीटर होया डी का अद्धा आर प्लस 2 दूनी 4 44/10 जमा 4 जमा 4 इनू 4 नूं आपां 4.0 लिखना किसी ने इह जोड़ नहीं देना 4.8 नहीं कर देना तो कितना आ जाएगा 8.4 सेंटीमीटर। तो कीड़ी नूं सब तो ज़्यादा कित्थे तुरना पिया सैकेंड फिगर ले खाना खाण लई। इज इट ओके आई होप थानू ये 11.1 के पूरे सवाल से थानू समझ आ गए होंगे। थैंक यू।